विद्यार्थियों सत श्री अकाल। मैं रंजीत कौर पंजाबी अध्यापका सरकारी मिडल स्कूल बहादुर हुसैन जिला गुरदासपुर तो। विद्यार्थियों अज साडा व्याकरण का विषय है बहुअर्थक शब्द। बहुअर्थक शब्द व्याकरण के भाग अर्थबोध विच दर्ज हैं। बहुअर्थक शब्द अर्थबोध अर्थबोध तो भाव है कि शब्दां दी अर्थां दे पक्ष तो व्याख्या। इस आधार ते व्याकरण विच असीं शब्दां नूं चार भागां विच वंडदे हां। बहुअर्थक शब्द ਉਹ ਸ਼ਬਦ ਜਿਨ੍ਹਾਂ ਦੇ ਕਿ ਇੱਕ ਤੋਂ ਵਧੇਰੇ ਅਰਥ ਹੁੰਦੇ ਹਨ, ਭਾਵੇਂ ਇਹਨਾਂ ਦਾ ਉਚਾਰਨ ਅਤੇ ਸ਼ਬਦ ਬਣਤਰ ਇੱਕੋ ਜਿਹੇ ਹੁੰਦੇ ਹਨ, ਪਰ ਉਹਨਾਂ ਦੇ ਇੱਕ ਤੋਂ ਵਧੇਰੇ ਅਰਥ ਹੁੰਦੇ ਹਨ। ਉਹਨਾਂ ਸ਼ਬਦਾਂ ਨੂੰ ਅਸੀਂ ਬਹੁਅਰਥਕ ਸ਼ਬਦ ਕਹਿੰਦੇ ਹਾਂ। ਸਮਾਨਾਰਥਕ ਸ਼ਬਦ ਇਹ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਕਿ ਸ਼ਬਦ ਜੋੜ ਅਤੇ ਉਚਾਰਨ ਵੱਖ-ਵੱਖ ਹੁੰਦੇ ਹੋਏ ਵੀ ਇਹਨਾਂ ਦੇ ਅਰਥ ਜਿਹੜੇ ਹੁੰਦੇ ਹਨ ਸ਼ਬਦਾਂ ਦੇ ਸਮਾਨ ਹੁੰਦੇ ਹਨ। ਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਭਾਵ ਜਦੋਂ ਅਸੀਂ ਬਹੁਤੇ ਸ਼ਬਦਾਂ ਵਿੱਚ ਕਹੀ ਜਾਣ ਵਾਲੀ ਗੱਲ ਇੱਕ ਸ਼ਬਦ ਵਿੱਚ ਬਿਆਨ ਕਰਦੇ ਹਾਂ। ਵਿਰੋਧਾਰਥਕ ਸ਼ਬਦ ਜਦੋਂ ਜਿਹੜੇ ਸ਼ਬਦ ਦੂਜੇ ਸ਼ਬਦਾਂ ਦਾ ਵਿਰੋਧ ਪ੍ਰਗਟ ਕਰਨ, ਉਹਨਾਂ ਸ਼ਬਦਾਂ ਨੂੰ ਅਸੀਂ ਵਿਰੋਧਾਰਥਕ ਸ਼ਬਦ ਕਹਿੰਦੇ ਹਾਂ। ਬਹੁਅਰਥਕ ਸ਼ਬਦ ਜਿਹੜੇ ਸ਼ਬਦਾਂ ਦੇ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹੇ ਹੁੰਦੇ ਹਨ, ਪਰ ਅਰਥਾਂ ਵਿੱਚ ਢੇਰ ਅੰਤਰ ਹੁੰਦਾ ਹੈ। ਕਈ ਵਾਰੀ ਇਹ ਇੱਕੋ ਜਿਹੇ ਜਾਪਦੇ ਸ਼ਬਦ ਵੱਖ-ਵੱਖ ਸੋਮਿਆਂ ਤੋਂ ਆਏ ਹੁੰਦੇ ਹਨ ਜਾਂ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਵਰਤੋਂ ਕਾਰਨ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਹਨ। ਬਹੁਅਰਥਕ ਸ਼ਬਦ ਅਖਵਾਉਂਦੇ ਹਨ, ਭਾਵ ਉਹ ਸ਼ਬਦ ਜਿਨ੍ਹਾਂ ਦਾ ਕਿ ਉਚਾਰਨ ਅਤੇ ਬਣਤਰ ਇੱਕੋ ਜਿਹੀ ਰਹਿੰਦੀ ਹੈ, ਪਰ ਵਰਤੋਂ ਵੇਲੇ ਉਹਨਾਂ ਦੇ ਅਰਥ ਜਿਹੜੇ ਹਨ ਉਹ ਭਿੰਨ ਹੋ ਜਾਂਦੇ ਹਨ, ਭਾਵੇਂ ਉਹ ਵੱਖ-ਵੱਖ ਸੋਮਿਆਂ ਤੋਂ ਆਉਣ ਕਰਕੇ ਭਿੰਨ ਹੁੰਦੇ ਹਨ ਜਾਂ ਫਿਰ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਉਹਨਾਂ ਸ਼ਬਦਾਂ ਦੀ ਵਰਤੋਂ ਕਰਕੇ ਉਹਨਾਂ ਦੇ ਅਰਥ ਜਿਹੜੇ ਹੁੰਦੇ ਹਨ ਉਹ ਵੱਖ ਹੋ ਜਾਂਦੇ ਹਨ। ਉਹਨਾਂ ਸ਼ਬਦਾਂ ਨੂੰ ਅਸੀਂ ਬਹੁਅਰਥਕ ਭਾਵ ਬਹੁਤੇ ਅਰਥਾਂ ਵਾਲੇ ਸ਼ਬਦ ਕਹਿੰਦੇ ਹਾਂ। ਉਦਾਹਰਨ ਵਜੋਂ ਸਾਡੇ ਕੋਲ ਸ਼ਬਦ ਹੈ ਉੱਤਰ। ਉੱਤਰ ਸ਼ਬਦ ਦੇ ਅਰਥ ਹਨ ਦਿਸ਼ਾ, ਜਵਾਬ, ਲੈ ਜਾਣਾ, ਜ਼ਮੀਨ ਵਿੱਚ ਨੀਵਾਂ ਜਾਣਾ ਅਤੇ ਹੇਠਾਂ ਉਤਰਨਾ। ਸੋ ਸਾਡੇ ਕੋਲ ਵੱਖ-ਵੱਖ ਉੱਤਰ ਸ਼ਬਦ ਦੇ ਅਰਥ ਆਏ ਹਨ। ਹਰ ਇੱਕ ਅਰਥ ਆਪਣੇ ਆਪ ਵਿੱਚ ਵੱਖ ਹੈ, ਜਦਕਿ ਉੱਤਰ ਸ਼ਬਦ ਦਾ ਉਚਾਰਨ ਅਤੇ ਉਸ ਦੀ ਬਣਤਰ ਉਵੇਂ ਹੀ ਹੈ। ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਯਾਨੀ ਕਿ ਇਸ ਉੱਤਰ ਸ਼ਬਦ ਦੇ ਅਰਥਾਂ ਵਾਲੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਦੇ ਹਾਂ ਤੇ ਸਾਡੇ ਕੋਲ ਵਾਕ ਆਉਂਦੇ ਹਨ। ਹਰਜੀਤ ਦੇ ਘਰ ਦਾ ਦਰਵਾਜ਼ਾ ਉੱਤਰ ਵੱਲ ਹੈ। ਸੋ ਉੱਤਰ ਇੱਥੇ ਕੀ ਹੈ? ਦਿਸ਼ਾ, ਉੱਤਰ ਦਿਸ਼ਾ ਵੱਲ ਹੈ। ਪਾਠ 5 ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਰਮਨ ਨੇ ਹੀ ਲੱਭ ਲਏ, ਭਾਵ ਜਵਾਬ ਪਾਠ 5 ਦੇ ਸਾਰੇ ਜਿਹੜੇ ਹਨ ਪ੍ਰਸ਼ਨਾਂ ਦੇ ਉਹ ਰਮਨ ਨੇ ਲੱਭ ਲਏ। ਇਸੇ ਤਰ੍ਹਾਂ ਹੀ ਦਵਾਈ ਖਾਣ ਨਾਲ ਬੁਖਾਰ ਉਤਰ ਗਿਆ, ਭਾਵ ਲੈ ਗਿਆ। ਮੀਂਹ ਨਾ ਪੈਣ ਕਰਕੇ ਖੂਹ ਦਾ ਪਾਣੀ ਉਤਰ ਗਿਆ, ਭਾਵ ਹੇਠਾਂ ਚਲਾ ਗਿਆ। ਬੱਸ ਰੁਕੀ ਅਤੇ ਸਵਾਰੀ ਉਤਰ ਗਈ, ਲੈ ਗਈ। ਸੋ ਜਿੰਨੇ ਵੀ ਵਾਕ ਹਨ, ਹਰ ਵਾਕ ਵਿੱਚ ਉੱਤਰ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਇਸ ਕਰਕੇ ਉੱਤਰ ਸ਼ਬਦ ਸਾਡੇ ਕੋਲ ਬਹੁਅਰਥਕ ਰੂਪ ਵਿੱਚ ਵਿਚਰ ਰਿਹਾ ਹੈ। ਕਿਧਰੇ ਉੱਤਰ ਦਾ ਅਰਥ ਹੈ ਦਿਸ਼ਾ ਅਤੇ ਜਵਾਬ ਅਤੇ ਲੈ ਜਾਣਾ। ਮੀਂਹ ਨਾ ਪੈਣ ਕਰਕੇ ਖੂਹ ਦਾ ਪਾਣੀ ਉਤਰ ਗਿਆ, ਭਾਵ ਨੀਵਾਂ ਚਲਾ ਗਿਆ ਅਤੇ ਬੱਸ 'ਚੋਂ ਸਵਾਰੀ ਦਾ ਉਤਰ ਜਾਣਾ। ਸ਼ਬਦ ਹੈ ਅੱਕ। ਅੱਕ ਤੋਂ ਭਾਵ ਹੈ ਇੱਕ ਬੂਟਾ
ਜਾਂ ਥੱਕ ਜਾਣਾ, ਤੰਗ ਆਉਣਾ। ਜਦੋਂ ਅਸੀਂ ਇਹਨਾਂ ਅਰਥਾਂ ਨੂੰ ਵਾਕਾਂ ਵਿੱਚ ਵਰਤਦੇ ਹਾਂ ਤੇ ਅੱਕ ਸ਼ਬਦ ਦੇ ਸਾਡੇ ਕੋਲ ਵਾਕ ਆਉਂਦੇ ਹਨ ਕਿ ਰਾਮ ਅੱਜ ਪੜ੍ਹ ਕੇ ਅੱਕ ਗਿਆ ਹੈ, ਭਾਵ ਥੱਕ ਗਿਆ ਹੈ। ਰੇਨੂ ਰੋਜ਼ ਦੇ ਮਿਹਣੇ ਸੁਣ ਕੇ ਅੱਕ ਗਈ ਹੈ, ਭਾਵ ਤੰਗ ਆ ਗਈ ਹੈ। ਅੱਕ ਦਾ ਬੂਟਾ ਔੜ ਵਿੱਚ ਹੁੰਦਾ ਹੈ, ਭਾਵ ਥੋੜੇ ਪਾਣੀ ਵਿੱਚ ਹੋ ਜਾਂਦਾ ਹੈ, ਇੱਕ ਕਿਸਮ ਦਾ ਬੂਟਾ। ਸੋ ਤਿੰਨਾਂ ਵਾਕਾਂ ਵਿੱਚ ਅੱਕ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਬਹੁ ਅਰਥੀ ਸ਼ਬਦ ਹੈ ਅੱਕ। ਸੋ ਕਿਧਰੇ ਅੱਕ ਤੋਂ ਭਾਵ ਹੈ ਕਿ ਥੱਕ ਜਾਣਾ, ਅੱਕ ਤੋਂ ਭਾਵ ਕਿ ਤੰਗ ਆ ਜਾਣਾ, ਜਾਂ ਅੱਕ ਇੱਕ ਬੂਟਾ ਜਿਹੜਾ ਕਿ ਔੜ ਭਾਵ ਘੱਟ ਪਾਣੀ ਵਿੱਚ ਵੀ ਹੋ ਜਾਂਦਾ ਹੈ। ਸ਼ਬਦ ਹੈ ਸਤ। ਸਤ ਸ਼ਬਦ ਦੇ ਅਰਥ ਹਨ ਦੁਖੀ, ਰਸ, ਤਾਕਤ, ਸੱਚ, ਬ੍ਰਹਮਚਰਜ। ਦੁਖੀ, ਰਸ, ਤਾਕਤ, ਸੱਚ, ਬ੍ਰਹਮਚਰਜ, ਇਹਨਾਂ ਅਰਥਾਂ ਨੂੰ, ਸਤ ਸ਼ਬਦ ਦੇ ਅਰਥਾਂ ਨੂੰ ਮੁੱਖ ਰੱਖ ਕੇ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਵਾਕਾਂ 'ਚ ਸਤ ਦੇ ਰੂਪ 'ਚ ਵਰਤਦੇ ਹਾਂ ਤੇ ਸਾਡੇ ਕੋਲ ਵਾਕ ਆਉਂਦੇ ਹਨ ਕਿ ਦੀਪ ਛੇਤੀ ਹੀ ਸੱਤ ਜਾਂਦਾ ਹੈ, ਭਾਵ ਅੱਕ ਜਾਂਦਾ ਹੈ ਜਾਂ ਤੰਗ ਆ ਜਾਂਦਾ ਹੈ। ਨਿੰਬੂ ਦਾ ਸੱਤ ਦੁੱਧ ਫਟਾ ਦਿੰਦਾ ਹੈ। ਬੁਢਾਪੇ ਵਿੱਚ ਸੱਤ ਨਹੀਂ ਰਹਿੰਦਾ, ਤਾਕਤ ਨਹੀਂ ਰਹਿੰਦੀ। ਉਪਦੇਸ਼ਕ ਨੇ ਜੋ ਕਿਹਾ ਸੱਤ ਕਿਹਾ, ਭਾਵ ਸੱਚ ਕਿਹਾ। ਅਸਲੀ ਬ੍ਰਾਹਮਣ ਜਤ ਸੱਤ ਵਾਲਾ ਹੁੰਦਾ ਹੈ, ਭਾਵ ਬ੍ਰਹਮਚਰਜ ਵਾਲਾ ਹੁੰਦਾ ਹੈ। ਨਿੰਬੂ ਦਾ ਸੱਤ ਦੁੱਧ ਫਟਾ ਦਿੰਦਾ ਹੈ, ਭਾਵ ਇੱਕ ਕਿਸਮ ਦਾ ਪਦਾਰਥ ਜਿਹੜਾ ਕਿ ਦੁੱਧ ਫਟਾਉਣ ਲਈ ਵਰਤਿਆ ਜਾਂਦਾ ਹੈ। ਸੋ ਵੱਖ-ਵੱਖ ਵਾਕਾਂ ਵਿੱਚ ਵੱਖ-ਵੱਖ ਅਰਥ ਪ੍ਰਗਟ ਕਰਦਾ ਸ਼ਬਦ ਸਤ, ਜਿਨ੍ਹਾਂ ਦੇ ਕਿ ਉਚਾਰਨ ਅਤੇ ਬਣਤਰ ਉਵੇਂ ਹੀ ਰਹਿੰਦੀ ਹੈ, ਪਰ ਅਰਥ ਵਿੱਚ ਢੇਰ ਸਾਰਾ ਅੰਤਰ ਨਜ਼ਰ ਆ ਰਿਹਾ ਹੈ। ਸੋ ਹਰ ਵਾਕ ਵਿੱਚ ਸਤ ਸ਼ਬਦ ਦਾ ਜਿਹੜਾ ਅਰਥ ਹੈ ਉਹ ਭਿੰਨ ਨਿਕਲਦਾ ਹੈ, ਜਿਸ ਕਰਕੇ ਵੱਖ-ਵੱਖ ਅਰਥ ਹੋਣ ਕਰਕੇ ਅਸੀਂ ਸਤ ਸ਼ਬਦ ਨੂੰ ਬਹੁ ਅਰਥੀ ਸ਼ਬਦ ਕਹਿੰਦੇ ਹਾਂ। ਦੀਪ ਛੇਤੀ ਹੀ ਸੱਤ ਜਾਂਦਾ ਹੈ, ਸੱਤ ਜਾਂਦਾ ਹੈ, ਤੰਗ ਆ ਜਾਂਦਾ ਹੈ, ਦੁਖੀ ਹੋ ਜਾਂਦਾ ਹੈ। ਸੋ ਵੱਖ-ਵੱਖ ਅਰਥ ਪ੍ਰਗਟ ਕਰਦਾ ਸ਼ਬਦ ਸਤ। ਸ਼ਬਦ ਹੈ ਹਾਲ। ਹਾਲ ਦਾ ਅਰਥ ਹੈ ਹਾਲਤ, ਭਾਵ ਸਥਿਤੀ, ਅਜੇ, ਹੁਣ ਦੀ ਘੜੀ ਅਤੇ ਵੱਡਾ ਕਮਰਾ। ਬਹੁਤ ਵੱਡਾ ਕਮਰੇ ਨੂੰ ਵੀ ਅਸੀਂ ਹਾਲ ਕਹਿੰਦੇ ਹਾਂ। ਅਜੇ ਜਿਹੜੀ ਹੁਣ ਦੀ ਜਿਹੜਾ ਸਾਡਾ ਸਮਾਂ ਚੱਲ ਰਿਹਾ ਹੁੰਦਾ ਹੈ, ਅਸੀਂ ਉਹਨੂੰ ਅਜੇ ਵੀ ਬੋਲ ਲੈਂਦੇ ਹਾਂ। ਸੋ ਹਾਲਤ ਜੋ ਸਥਿਤੀ ਹੁੰਦੀ ਹੈ। ਸੋ ਹਾਲ ਸ਼ਬਦ ਲਈ ਸਾਨੂੰ ਵੱਖ-ਵੱਖ ਜਦੋਂ ਇਹਨਾਂ ਅਰਥਾਂ ਨੂੰ ਮੁੱਖ ਰੱਖ ਕੇ ਅਸੀਂ ਵਾਕਾਂ 'ਚ ਵਰਤਦੇ ਹਾਂ ਤੇ ਸਾਡੇ ਕੋਲ ਵਾਕ ਆਉਂਦੇ ਹਨ। ਆਪਣਾ ਹਾਲ ਚਾਲ ਸੁਣਾਓ, ਭਾਵ ਆਪਣੀ ਸਥਿਤੀ ਸੁਣਾਓ। ਹਾਲ ਦੀ ਘੜੀ ਕਰੋਨਾ ਮਹਾਮਾਰੀ ਕਰਕੇ ਸਮਾਜਿਕ ਦੂਰੀ ਬਣਾ ਕੇ ਰੱਖੋ। ਹਾਲ ਦੀ ਘੜੀ ਇੱਥੇ ਹੈ ਅਜੇ ਦੀ ਘੜੀ ਜਾਂ ਹੁਣ ਦੀ ਘੜੀ। ਸਾਡੇ ਪਿੰਡ ਦੇ ਹਾਲ ਵਿੱਚ ਬਹੁਤ ਰੌਣਕ ਹੈ, ਭਾਵ ਵੱਡਾ ਸਾਰਾ ਕਮਰਾ ਜਿੱਥੇ ਕਿ ਪਿੰਡਾਂ ਦੇ ਸਮਾਗਮ ਕੀਤੇ ਜਾਂਦੇ ਹਨ, ਇਕੱਠ ਕੀਤੇ ਜਾਂਦੇ ਹਨ, ਉਸ ਨੂੰ ਹਾਲ ਕਿਹਾ ਜਾਂਦਾ ਹੈ। ਸੋ ਆਪਣਾ ਹਾਲ ਚਾਲ ਸੁਣਾਓ ਵਿੱਚ ਹੈ ਕਿ ਆਪਣੀ ਸਥਿਤੀ ਦੱਸੋ। ਸੋ ਵੱਖ-ਵੱਖ ਵਾਕਾਂ ਵਿੱਚ ਹਾਲ ਸ਼ਬਦ ਦੀ ਜਿਹੜੀ ਸ਼ਬਦ ਬਣਤਰ ਹੈ ਉਹ ਅਤੇ ਉਸ ਦਾ ਉਚਾਰਨ ਉਹੋ ਹੀ ਰਹਿੰਦਾ ਹੈ, ਪਰ ਹਰ ਵਾਕ ਵਿੱਚ ਅਰਥ ਜਿਹੜਾ ਹੈ ਉਹ ਵੱਖ ਹੈ। ਇਸ ਤਰ੍ਹਾਂ ਬਹੁ ਅਰਥੀ ਸ਼ਬਦ ਜਿਹੜਾ ਹੈ ਉਹ ਸਾਡੇ ਕੋਲ ਹਾਲ ਹੈ। ਹਾਲ ਜਿਹੜਾ ਹੈ ਸਾਨੂੰ ਸਥਿਤੀ ਦੱਸਦਾ ਹੈ, ਸਮੇਂ ਦੀ ਜਿਹੜੀ ਚੱਲ ਰਿਹਾ ਸਮਾਂ ਉਹਦੀ ਗੱਲ ਦੱਸਦਾ ਹੈ ਅਤੇ ਇੱਕ ਵੱਡੇ ਸਾਰੇ ਕਮਰੇ ਦਾ ਗਿਆਨ ਕਰਾਉਂਦਾ ਹੈ। ਸੋ ਵੱਖ-ਵੱਖ ਵਾਕਾਂ ਵਿੱਚ ਹਾਲ ਸ਼ਬਦ ਵੱਖ-ਵੱਖ ਅਰਥ ਪ੍ਰਗਟ ਕਰਨ ਕਰਕੇ ਬਹੁ ਅਰਥੀ ਸ਼ਬਦ ਅਖਵਾਉਂਦਾ ਹੈ। ਸ਼ਬਦ ਹੈ ਕੱਚਾ। ਕੱਚਾ ਸ਼ਬਦ ਦੇ ਸਾਡੇ ਕੋਲ ਅਰਥ ਹਨ ਅਣਪੱਕਾ, ਜਿਹੜਾ ਕਿ ਪੂਰੀ ਤਰ੍ਹਾਂ ਪੱਕਾ ਨਾ ਹੋਵੇ, ਸ਼ਰਮਿੰਦਾ, ਸ਼ਰਮਿੰਦਾ ਹੋਣਾ, ਦਿਲ ਘਿਰਨਾ, ਘਬਰਾਹਟ ਹੋਣੀ ਅਤੇ ਹਲਕਾ, ਭਾਵ ਘਟੀਆ ਕਿਸਮ ਦੀ ਚੀਜ਼। ਸੋ ਜਦੋਂ ਅਸੀਂ ਕੱਚਾ ਸ਼ਬਦ ਦੇ ਇਹਨਾਂ ਅਰਥਾਂ ਨੂੰ ਮੁੱਖ ਰੱਖ ਕੇ ਵਾਕਾਂ ਵਿੱਚ ਵਰਤਦੇ ਹਾਂ ਤੇ ਸਾਡੇ ਕੋਲ ਵਾਕ ਆਉਂਦੇ ਹਨ। ਪਰੌਂਠਾ ਅਜੇ ਕੱਚਾ ਹੈ, ਭਾਵ ਪੱਕਿਆ ਨਹੀਂ। ਹਰਮਨ ਦਾ ਝੂਠ ਫੜੇ ਜਾਣ ਤੇ ਉਹ ਬਹੁਤ ਕੱਚਾ ਹੋਇਆ, ਭਾਵ ਸ਼ਰਮਿੰਦਾ ਹੋਇਆ। ਬੰਟੀ ਭਾਵੇਂ ਬੱਚਾ ਹੈ ਪਰ ਅਕਲ ਦਾ ਕੱਚਾ
नहीं। भाव वो भावें अजे बच्चा है पर अकल दा कच्चा नहीं, अकल दा न्याणा नहीं है। खाली पेट सफ़र करन नाल जीत दा दिल कच्चा हो रहा है। सो कच्चा होना, इत्थे दिल कच्चा होना, घबराहट होनी। सो चुन्नी दा रंग कच्चा सी, भाव हल्का सी। सो ਵੱਖ-ਵੱਖ ਵਾਕਾਂ ਵਿੱਚ ਕੱਚਾ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਹਰ ਵਾਕ ਵਿੱਚ ਅਰਥ ਭਿੰਨ ਹੈ। ਸ਼ਬਦ ਦਾ ਉਚਾਰਨ ਅਤੇ ਬਣਤਰ ਕੱਚਾ ਸ਼ਬਦ ਦੀ ਉਵੇਂ ਹੀ ਹੈ, ਪਰ ਹਰ ਵਾਕ ਵਿੱਚ ਉਸ ਦੀ ਜਿਹੜੀ ਬਣਤਰ, ਜਿਹੜੀ ਉਹਦਾ ਅਰਥ ਹੈ ਉਹ ਵੱਖ ਹੈ। ਕਿਧਰੇ ਤੇ ਅਣਕੱਚੇ ਦੀ ਗੱਲ ਹੋ ਰਹੀ ਹੈ, ਕਿਧਰੇ ਸ਼ਰਮਿੰਦੇ ਹੋਣ ਦਾ ਕੱਚਾ ਹੈ, ਅਤੇ ਕਿਧਰੇ ਅਕਲ ਦੇ ਜਾਣੀ ਕਿ ਸਮਝਦਾਰੀ ਦੇ ਹਿਸਾਬ ਨਾਲ, ਤੇ ਜਾਂ ਘਬਰਾਹਟ ਹੋਣ ਲਈ, ਤੇ ਜਾਂ ਹਲਕਾ ਚੀਜ਼ ਜਾਂ ਹਲਕਾ ਰੰਗ ਹੋਣ ਕਰਕੇ। ਸੋ ਕੱਚਾ ਸ਼ਬਦ ਬਹੁ ਅਰਥੀ ਵੱਖ-ਵੱਖ ਵਾਕਾਂ ਵਿੱਚ ਪ੍ਰਗਟ ਹੁੰਦਾ ਹੈ। ਵੱਟ ਸ਼ਬਦ ਹੈ ਵੱਟ। ਵੱਟ ਦੇ ਅਰਥ ਹਨ ਗਰਮੀ, ਬੰਨਾ, ਵੱਲ, ਕਮਾਉਂਦਾ, ਵੱਟਣਾ। ਸੋ ਗਰਮੀ ਨੂੰ ਵੀ ਅਸੀਂ ਕਈ ਵਾਰੀ ਵੱਟ ਕਹਿ ਲੈਂਦੇ ਹਾਂ, ਪੈਲੀ ਦੇ ਬੰਨੇ ਨੂੰ, ਵੱਲ ਘਮਾਉਣ ਨੂੰ, ਕਮਾਉਂਦਾ ਕਮਾਈ ਕਰਨ ਨੂੰ, ਵੱਟਣਾ ਜਿਨ੍ਹਾਂ ਕਿ ਅਸੀਂ ਵੱਟਦੇ ਹਾਂ ਕੋਈ ਚੀਜ਼। ਸੋ ਜਦੋਂ ਅਸੀਂ ਇਹਨਾਂ ਅਰਥਾਂ ਨੂੰ ਮੁੱਖ ਰੱਖ ਕੇ ਵੱਟ ਸ਼ਬਦ ਨੂੰ ਵਾਕਾਂ 'ਚ ਵਰਤਦੇ ਹਾਂ ਤੇ ਸਾਡੇ ਕੋਲ ਵਾਕ ਆਉਂਦੇ ਹਨ। ਹਵਾ ਬੰਦ ਹੋਣ ਨਾਲ ਵੱਟ ਜਿਹਾ ਹੋ ਗਿਆ ਹੈ। ਹਵਾ ਬੰਦ ਹੋਣ ਨਾਲ ਵੱਟ ਜਿਹਾ ਹੋ ਗਿਆ ਹੈ। ਸੋ ਹਵਾ ਬੰਦ ਹੋਣ ਨਾਲ ਵੱਟ ਜਿਹਾ ਭਾਵ ਗਰਮੀ ਹੋ ਗਈ ਹੈ। ਰਕੇਸ਼ ਖੇਤ ਦੀ ਵੱਟ ਉੱਪਰ ਤੁਰ ਰਿਹਾ ਸੀ, ਚੱਲ ਰਿਹਾ ਸੀ। ਕਿਹਦੇ ਉੱਤੇ? ਵੱਟ ਉੱਤੇ, ਕਿਨਾਰੇ ਉੱਤੇ, ਖੇਤ ਦੇ ਕਿਨਾਰੇ ਉੱਤੇ। ਇਸਤਰੀ ਕਰਕੇ ਕੱਪੜੇ ਦੇ ਵੱਟ ਕੱਢੋ, ਭਾਵ ਪੱਧਰਾ ਕਰੋ। ਹਰਜੀਤ ਅੱਜ ਕੱਲ੍ਹ ਚੰਗੇ ਪੈਸੇ ਵੱਟ ਲੈਂਦਾ ਹੈ, ਭਾਵ ਕਮਾਈ ਕਰ ਲੈਂਦਾ ਹੈ, ਕਮਾਉਂਦਾ ਹੈ। ਹਰੀਸ਼ ਨੇ ਕਿਹਾ ਸੂਤ ਲੈ ਕੇ ਰੱਸੀ ਵੱਟ, ਕਿ ਸੂਤ ਲੈ ਤੇ ਰੱਸੀ ਨੂੰ ਵੱਟ ਚੜਾ, ਭਾਵ ਵੱਟਣਾ, ਉਹਨੂੰ ਵੱਟ। ਸੋ ਵੱਖ-ਵੱਖ ਵਾਕਾਂ ਦੇ ਵਿੱਚ ਵੱਟ ਸ਼ਬਦ ਦੇ ਭਿੰਨ-ਭਿੰਨ ਯਾਨੀ ਕਿ ਵੱਖਰੇ ਅਰਥ ਨਿਕਲ ਰਹੇ ਹਨ, ਭਾਵੇਂ ਕਿ ਉਸ ਦਾ ਉਚਾਰਨ ਤੇ ਬਣਤਰ ਉਵੇਂ ਹੀ ਹੈ। ਕਿਧਰੇ ਵੱਟ ਹੈ ਗਰਮੀ ਦਾ ਅਰਥ, ਕਿਧਰੇ ਵੱਟ ਖੇਤ ਵਾਲੀ ਦੀ ਗੱਲ ਕੀਤੀ ਗਈ ਹੈ, ਖੇਤ ਦੇ ਬੰਨੇ ਦੀ, ਤੇ ਕਿਧਰੇ ਇਸਤਰੀ ਦੇ ਪ੍ਰੈਸ ਕਰਨ ਦੇ ਵਾਲੇ ਕੱਪੜਿਆਂ ਨੂੰ ਪੱਧਰਿਆਂ ਕਰਕੇ ਉਹਨਾਂ ਦੇ ਵੱਟ ਕੱਢਣ ਦੀ ਗੱਲ ਕੀਤੀ ਗਈ ਹੈ। ਸੋ ਕਿਧਰੇ ਕਮਾਉਣ ਦੀ, ਕਮਾਈ ਕਰਨ ਦੀ। ਇਸੇ ਤਰ੍ਹਾਂ ਹੀ ਵੱਟ ਚੜਾਉਣ ਲਈ ਸੂਤ ਲੈ ਕੇ ਰੱਸੀ ਵੱਟ। ਸੋ ਵੱਖ-ਵੱਖ ਸ਼ਬਦਾਂ ਦੇ ਜਿਹੜੇ ਵੱਖ-ਵੱਖ ਵਾਕਾਂ ਵਿੱਚ ਵੱਟ ਸ਼ਬਦ ਦੇ ਵੱਖ-ਵੱਖ ਅਰਥ ਨਿਕਲਦੇ ਹਨ। ਅਭਿਆਸ ਦੇ ਕੁਝ ਪ੍ਰਸ਼ਨ ਹਨ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਹਰੇਕ ਦੇ 3-3 ਵੱਖਰੇ ਅਰਥ ਸਪਸ਼ਟ ਹੋ ਜਾਣ। ਵੱਖ-ਵੱਖ ਵਾਕਾਂ 'ਚ ਵਰਤਣ ਨਾਲ ਉਹਨਾਂ ਦੇ ਤਿੰਨ ਅਰਥ ਪ੍ਰਗਟ ਕਰੋ। ਸਾਡੇ ਕੋਲ ਸ਼ਬਦ ਹਨ ਸੂਤ, ਕੋਟ, ਦੌਰਾ, ਫੁੱਲ, ਸਾਰ, ਵਾਰ, ਵੇਲ, ਮਾਰ। ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਦੇ ਹਾਂ ਤੇ ਸਭ ਤੋਂ ਪਹਿਲਾਂ ਸਾਡੇ ਕੋਲ ਸ਼ਬਦ ਆਉਂਦਾ ਹੈ ਸੂਤ। ਵੱਖ-ਵੱਖ ਵਾਕਾਂ ਰਾਹੀਂ ਅਰਥ ਸਪਸ਼ਟ ਕਰਦੇ ਵਾਕ ਸੂਤ ਸ਼ਬਦ ਦੇ। ਚਰਖੇ ਨਾਲ ਕੱਤਿਆ ਧਾਗਾ, ਮੇਰੇ ਦਾਦੀ ਜੀ ਸੂਤ ਕੱਤ ਰਹੇ ਹਨ। ਸੋ ਇੱਥੇ ਕੀ ਹੈ? ਸੂਤ ਇੱਕ ਕੱਤਣ ਵਾਲਾ, ਚਰਖੇ ਨਾਲ ਕੱਤਣ ਵਾਲਾ ਧਾਗਾ। ਕਾਬੂ, ਵਿਗੜੇ ਨਿਆਣੇ ਪਿਆਰ ਨਾਲ ਸੂਤ ਨਹੀਂ ਆਉਂਦੇ, ਕਾਬੂ ਨਹੀਂ ਆਉਂਦੇ। ਨਿਸ਼ਾਨ, ਤਰਖਾਣ ਨੇ ਲੱਕੜੀ ਚੀਰਨ ਲਈ ਪਹਿਲਾਂ ਸੂਤ ਲਾਇਆ, ਭਾਵ ਨਿਸ਼ਾਨ ਲਾਇਆ। ਸੋ ਤਿੰਨੇ ਵਾਕਾਂ ਵਿੱਚ ਸੂਤ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਚਰਖੇ ਨਾਲ ਕੱਤਿਆ ਧਾਗਾ, ਕਾਬੂ ਤੇ ਨਿਸ਼ਾਨ। ਅਗਲਾ ਸ਼ਬਦ ਹੈ ਕੋਟ। ਕੋਟ ਦੇ ਵੱਖ-ਵੱਖ ਅਰਥ ਪ੍ਰਗਟ ਕਰਦੇ ਵਾਕ ਹਨ। ਠੰਡ ਤੋਂ ਬਚਣ ਲਈ ਸਰਦੀਆਂ ਵਿੱਚ ਕਈ ਵਾਰੀ ਕੋਟ ਵੀ ਪਾਉਣਾ ਪੈਂਦਾ ਹੈ, ਭਾਵ ਗਲ ਪਾਉਣ ਵਾਲਾ ਗਰਮ ਕੱਪੜਾ। ਕੋਟ, ਕਿਲਾ, ਫੌਜ ਨੇ ਕੋਟ ਨੂੰ ਘੇਰਾ ਪਾ ਲਿਆ। ਸੋ ਫੌਜ ਨੇ ਕੋਟ ਨੂੰ, ਭਾਵ ਕਿਲੇ ਨੂੰ ਘੇਰਾ ਪਾ ਲਿਆ। ਕਲੀ ਦੀਆਂ ਤਹਿਾਂ, 3 ਕੋਟ ਕਰਨ ਤੋਂ ਬਾਅਦ ਕਲੀ ਵਿੱਚ ਸਹੀ
ਚਮਕ ਆਈ। 3 ਕੋਟ ਕਰਨ ਤੋਂ ਬਾਅਦ ਕਲੀ ਵਿੱਚ ਸਹੀ ਚਮਕ ਆਈ। ਸੋ ਕੋਟ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਹਰ ਵਾਕ ਵਿੱਚ ਕੋਟ ਸ਼ਬਦ ਦਾ ਅਰਥ ਭਿੰਨ ਹੈ। ਗਲ ਪਾਉਣ ਵਾਲਾ ਕੱਪੜਾ, ਕਿਲਾ ਅਤੇ ਕਲੀ ਦੀਆਂ ਤਹਿਾਂ। ਸੋ ਇਸ ਤਰ੍ਹਾਂ ਵਰਤਨ ਦੇ ਨਾਲ ਵੱਖ-ਵੱਖ ਵਾਕਾਂ 'ਚ ਵਰਤਨ ਦੇ ਨਾਲ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਸ਼ਬਦ ਹੈ ਦੌਰਾ। ਇੱਕ ਕਿਸਮ ਦੀ ਬਿਮਾਰੀ। ਵਿਗਿਆਨੀ ਮਿਰਗੀ ਦੇ ਦੌਰਾ ਦਾ ਇਲਾਜ ਲੱਭ ਰਹੇ ਹਨ। ਸੋ ਇੱਕ ਕਿਸਮ ਦੀ ਬਿਮਾਰੀ ਜਿਹਦਾ ਕਿ ਦੌਰਾ ਪੈਂਦਾ ਹੈ। ਇਸੇ ਤਰ੍ਹਾਂ ਹੀ ਚੱਕਰ ਲਾਉਣ ਦਾ ਫੇਰਾ ਮਾਰਨਾ। ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਨੇ ਸਾਡੇ ਬਲਾਕ ਦਾ ਦੌਰਾ ਕੀਤਾ, ਭਾਵ ਚੱਕਰ ਲਾਇਆ। ਪੱਗਾਂ ਨੂੰ ਮਾਵਾ ਲਾਉਣ ਵਾਲਾ ਭਾਂਡਾ। ਲਲਾਰੀ ਨੇ ਮਾਵਾ ਲਾਉਣ ਲਈ ਦੌਰਾ ਤਿਆਰ ਕਰ ਲਿਆ, ਭਾਵ ਖੁੱਲੇ ਮੂੰਹ ਵਾਲਾ ਭਾਂਡਾ ਜਿਹੜਾ ਜਿਹਦੇ ਵਿੱਚ ਕਿ ਪੱਗਾਂ ਨੂੰ ਮਾਵਾ ਲਾਇਆ ਜਾਂਦਾ ਹੈ ਉਸ ਨੂੰ ਤਿਆਰ ਕਰ ਲਿਆ ਹੈ। ਸੋ ਤਿੰਨਾਂ ਵਾਕਾਂ ਵਿੱਚ ਦੌਰਾ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਸ਼ਬਦ ਹੈ ਫੁੱਲ। ਫੁੱਲ ਮਰਨ ਤੋਂ ਬਾਅਦ ਹੱਡੀਆਂ। ਹਰਜੀਤ ਨੇ ਆਪਣੇ ਦਾਦੀ ਜੀ ਦੇ ਫੁੱਲ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ। ਹਰਜੀਤ ਨੇ ਆਪਣੇ ਦਾਦੀ ਜੀ ਦੇ ਫੁੱਲ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੇ। ਫੁੱਲ ਪੌਦੇ ਦਾ ਇੱਕ ਭਾਗ। ਸਾਡੇ ਸਕੂਲ ਦੇ ਬਗੀਚੇ ਵਿੱਚ ਕਈ ਪ੍ਰਕਾਰ ਦੇ ਫੁੱਲ ਖਿੜੇ ਹੋਏ ਹਨ। ਮੋਟਾ ਹੋਣਾ। ਵਿਹਲੇ ਰਹਿਣ ਨਾਲ ਰਮਨ ਦਾ ਸਰੀਰ ਫੁੱਲ ਗਿਆ ਹੈ। ਸੋ ਵੱਖ-ਵੱਖ ਵਾਕਾਂ ਵਿੱਚ ਫੁੱਲ ਸ਼ਬਦ ਦੇ ਬਿਲਕੁਲ ਹੀ ਢੇਰ ਸਾਰੇ ਅੰਤਰ ਵਾਲੇ ਅਰਥ ਪ੍ਰਗਟ ਕਰਦੇ ਸ਼ਬਦ ਯਾਨੀ ਕਿ ਵਾਕ ਪੇਸ਼ ਹੋ ਰਹੇ ਹਨ। ਕਿਧਰੇ ਮਰਨ ਤੋਂ ਬਾਅਦ ਹੱਡੀਆਂ ਨੂੰ ਫੁੱਲ ਕਿਹਾ ਜਾ ਰਿਹਾ ਹੈ ਤੇ ਕਿਧਰੇ ਬਗੀਚੇ ਵਿੱਚ ਖਿੜੇ ਫੁੱਲ ਅਤੇ ਕਿਧਰੇ ਵਿਹਲੇ ਰਹਿਣ ਨਾਲ ਸਰੀਰ ਦਾ ਫੁੱਲ ਜਾਣਾ। ਸੋ ਤਿੰਨਾਂ ਵਾਕਾਂ ਵਿੱਚ ਫੁੱਲ ਸ਼ਬਦ ਦੇ ਵੱਖ-ਵੱਖ ਅਰਥ, 3 ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਸ਼ਬਦ ਹੈ ਸਾਰ। ਸਾਰ ਤੋਂ ਭਾਵ ਹੈ ਨਿਚੋੜ, ਖਬਰ ਅਤੇ ਉਸੇ ਵੇਲੇ। ਅਧਿਆਪਕ ਜੀ ਨੇ ਬਾਗੀ ਦੀ ਧੀ ਕਹਾਣੀ ਦਾ ਸਾਰ ਲਿਖਣ ਲਈ ਕਿਹਾ। ਸੋ ਜਦੋਂ ਅਸੀਂ ਪ੍ਰਸ਼ਨਾਂ ਦੇ ਉੱਤਰ ਕਰਦੇ ਹਾਂ ਕਿਸੇ ਵੀ ਪਾਠ ਦੇ ਜਾਂ ਕਿਸੇ ਲੇਖ ਦੇ ਤੇ ਸਾਨੂੰ ਪਹਿਲਾ ਪ੍ਰਸ਼ਨ ਸਾਰ ਆਉਂਦਾ ਹੈ। ਸੋ ਬਾਗੀ ਦੀ ਧੀ ਕਹਾਣੀ ਦਾ ਸਾਰ ਲਿਖਣ ਲਈ ਕਿਹਾ, ਭਾਵ ਸਾਰੀ ਕਹਾਣੀ ਦਾ ਨਿਚੋੜ ਜਿਹੜਾ ਇੱਕ ਪ੍ਰਸ਼ਨ ਦੇ ਵਿੱਚ ਲਿਖਣ ਲਈ ਕਿਹਾ, ਇੱਕ ਪੈਰੇ ਦੇ ਵਿੱਚ ਲਿਖਣ ਲਈ ਕਿਹਾ। ਸਮੇਂ ਦੇ ਬਦਲਣ ਅਨੁਸਾਰ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਾਰ ਰੱਖਣੀ ਚਾਹੀਦੀ ਹੈ, ਭਾਵ ਖਬਰ ਰੱਖਣੀ ਚਾਹੀਦੀ ਹੈ। ਉਸੇ ਵੇਲੇ ਪੁਲਿਸ ਨੂੰ ਵੇਖਦਿਆਂ ਸਾਰ ਹੀ ਚੋਰ ਲੁਕ ਗਿਆ ਜਾਂ ਛੁਪ ਗਿਆ। ਸੋ ਤਿੰਨਾਂ ਵਾਕਾਂ ਦੇ ਵਿੱਚ ਸਾਰ ਉਸੇ ਵੇਲੇ, ਸਾਰ ਖਬਰ ਤੇ ਸਾਰ ਨਿਚੋੜ ਵਾਕਾਂ ਦੇ ਵਿੱਚ ਵੱਖ-ਵੱਖ ਅਰਥ ਪ੍ਰਗਟ ਕਰ ਰਿਹਾ ਸ਼ਬਦ ਸਾਰ ਬਹੁਅਰਥੀ ਸ਼ਬਦ ਹੈ। ਸ਼ਬਦ ਹੈ ਵਾਰ। ਵਾਰ ਤੋਂ ਭਾਵ ਹੈ ਕੁਰਬਾਨ ਕਰਨਾ, ਦਿਨ ਤੇ ਹਮਲਾ। ਜਦੋਂ ਅਸੀਂ ਇਸ ਵਾਰ ਸ਼ਬਦ ਨੂੰ ਵਾਕਾਂ ਵਿੱਚ ਵਰਤਦੇ ਹਾਂ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਤੋਂ ਆਪਣਾ ਸੀਸ ਵਾਰ ਦਿੱਤਾ, ਭਾਵ ਕੁਰਬਾਨ ਕਰ ਦਿੱਤਾ। ਹੋਰ ਵੀ ਵਾਕ ਬਣਾ ਸਕਦੇ ਹੋ ਤੁਸੀਂ ਇੱਦਾਂ ਦੇ, ਪਰ ਅਸੀਂ 3 ਵਾਕ ਉਹਨਾਂ ਪੁੱਛੇ ਹਨ ਅਤੇ ਤਿੰਨਾਂ ਦੇ ਹੀ ਉੱਤਰ ਦੇਣੇ ਹਨ। ਰਾਜੇ ਦੇ ਜਨਮ ਦਿਨ ਵਾਲੇ ਦਿਨ ਕਿਹੜਾ ਵਾਰ ਹੈ, ਭਾਵ ਕਿਹੜਾ ਦਿਨ ਹੈ। ਹਮਲਾ। ਸੂਰਮੇ ਕਦੀ ਵੀ ਪਿੱਠ ਪਿੱਛੇ ਵਾਰ ਨਹੀਂ ਕਰਦੇ, ਹਮਲਾ ਨਹੀਂ ਕਰਦੇ। ਸੋ ਤਿੰਨਾਂ ਵਾਕਾਂ ਵਿੱਚ ਵਾਰ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਸ਼ਬਦ ਹੈ ਵੇਲ। ਪੌਦੇ ਦੀ ਕਿਸਮ, ਵੇਲਣਾ, ਪੈਸੇ ਵਾਰਨਾ। ਪੌਦੇ ਦੀ ਕਿਸਮ, ਰਾਮ ਦੇ ਘਰ ਅੰਗੂਰਾਂ ਦੀ ਵੇਲ ਨੂੰ ਅੰਗੂਰ ਲੱਗੇ ਹੋਏ ਹਨ। ਕਿ ਐਸੀ ਕਿਸਮ ਪੌਦੇ ਦੀ ਜਿਹੜੀ ਕਿ ਕੰਧ ਦੇ ਨਾਲ ਚੰਬੜ ਜਾਂਦੀ ਹੈ ਜਾਂ ਕੋਈ ਵੀ ਅਸੀਂ ਉਸ ਨੂੰ ਕੋਈ ਚੀਜ਼, ਕੋਈ ਸਹਾਰਾ ਦਿੰਦੇ ਹਾਂ ਤੇ ਉਹਨੂੰ ਲੱਗ ਜਾਂਦੀ ਹੈ, ਉਹਨੂੰ ਅਸੀਂ ਵੇਲ ਬੋਲਦੇ ਹਾਂ ਪੌਦੇ ਦੀ ਕਿਸਮ ਨੂੰ। ਤੇ ਇਹਦੇ ਵਿੱਚ
ਰਾਮ ਦੇ ਘਰ ਅੰਗੂਰਾਂ ਦੀ ਵੇਲ ਨੂੰ ਅੰਗੂਰ ਲੱਗੇ ਹੋਏ ਹਨ, ਭਾਵ ਅੰਗੂਰਾਂ ਦੀ ਜਿਹੜੀ ਵੇਲ ਹੈ, ਬੂਟਾ ਹੈ, ਉਸ ਨੂੰ ਅੰਗੂਰ ਲੱਗੇ ਹੋਏ ਹਨ, ਉਹਨੂੰ ਅਸੀਂ ਵੇਲ ਕਹਿੰਦੇ ਹਾਂ। ਮਨਜੀਤ ਰੋਟੀ ਵੇਲ ਰਹੀ ਹੈ, ਭਾਵ ਰੋਟੀ ਵੇਲ ਰਹੀ ਹੈ, ਉਸ ਨੂੰ ਚੱਕਲੇ ਤੇ ਵੇਲਣੇ ਦੇ ਨਾਲ ਵੇਲ ਰਹੀ ਹੈ, ਬਣਾ ਰਹੀ ਹੈ। ਸੋ ਪੈਸੇ ਵਾਰਨਾ, ਖੁਸ਼ੀ ਦੇ ਵਿੱਚ ਆ ਕੇ ਜਦੋਂ ਅਸੀਂ ਪੈਸੇ ਵਾਰ ਕੇ ਜਿਹੜਾ ਹੈ ਉਸ ਦੀ ਨਜ਼ਰ ਉਤਾਰਦੇ ਹਾਂ, ਜਾਂ ਕਰਮ ਨੇ ਜਗਰਾਤੇ ਵਿੱਚ 50 ਰੁਪਏ ਦੀ ਵੇਲ ਕਰਵਾਈ। ਸੋ ਇਦਾਂ ਅਸੀਂ ਆਮ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਹੈ ਕਿ ਜਦੋਂ ਕੋਈ ਵੀ ਖੁਸ਼ੀ ਦਾ ਸਮਾਂ ਆਉਂਦਾ ਹੈ ਤੇ ਅਸੀਂ ਪੈਸੇ ਵਾਰ ਕੇ ਜਿਹੜੇ ਹਨ ਉਹ ਅਸੀਂ ਵੰਡ ਦਿੰਦੇ ਹਾਂ। ਸੋ ਉਸ ਨੂੰ ਵੇਲ ਕਰਵਾਈ ਕਹਿੰਦੇ ਹਨ। ਸੋ ਵੱਖ-ਵੱਖ ਅਰਥ ਪ੍ਰਗਟ ਕਰਦਾ ਸ਼ਬਦ ਵੇਲ। ਸ਼ਬਦ ਹੈ ਮਾਰ। ਮਾਰ ਤੋਂ ਭਾਵ ਹੈ ਜਾਨ ਤੋਂ ਮਾਰਨਾ, ਭਸਮ ਕਰਨਾ, ਕੁੱਟ। ਲੋਕਾਂ ਨੇ ਹਲਕੇ ਕੁੱਤੇ ਨੂੰ ਮਾਰ ਦਿੱਤਾ, ਭਾਵ ਜਾਨ ਤੋਂ ਮਾਰ ਦਿੱਤਾ। ਹਕੀਮ ਨੇ ਤਾਂਬਾ ਮਾਰ ਕੇ ਦਵਾਈ ਬਣਾਈ, ਭਾਵ ਤਾਂਬੇ ਨੂੰ ਇਸ ਤਰ੍ਹਾਂ ਉਹਨੂੰ ਕੁੱਟ-ਕੁੱਟ ਕੇ ਸੁਕਾ ਕੇ, ਜਿਵੇਂ ਕਿ ਉਸ ਦੇ ਵਿੱਚ ਜਿਹੜੀ ਹੈਗੀ ਸੀ ਉਹਦੀ ਅਸਲੀ ਜਿਹੜੀ ਚੀਜ਼ ਹੈ ਉਸ ਨੂੰ ਮਾਰ ਕੇ ਦਵਾਈ ਬਣਾਈ। ਪਿੰਡ ਦੇ ਲੋਕ ਚੋਰ ਨੂੰ ਬਹੁਤ ਮਾਰ ਰਹੇ ਸਨ, ਕੁੱਟ ਰਹੇ ਸਨ। ਸੋ ਤਿੰਨਾਂ ਵਾਕਾਂ ਵਿੱਚ ਮਾਰ ਸ਼ਬਦ ਦੇ ਵੱਖ-ਵੱਖ ਅਰਥ ਪ੍ਰਗਟ ਹੋ ਰਹੇ ਹਨ। ਇਸੇ ਤਰ੍ਹਾਂ ਹੀ ਸਾਡੇ ਕੋਲ ਕੁਝ ਬਹੁ ਵਿਕਲਪੀ ਪ੍ਰਸ਼ਨ ਵੀ ਹਨ, ਜਿਹੜੇ ਕਿ ਸਾਡੇ ਪੈਸ ਦੇ ਜਾਂ ਕਿ ਹੋਰ ਟੈਸਟ ਲਈ ਸਹਾਈ ਹੋ ਸਕਦੇ ਹਨ। ਪ੍ਰਸ਼ਨ ਹੈ, ਸ਼ਬਦ ਉੱਚਾ ਦਾ ਇੱਕ ਅਰਥ ਹੈ ਉੱਚੀ ਥਾਂ, ਜਿਵੇਂ ਅਸੀਂ ਵਰਤਦੇ ਹਾਂ ਉੱਚੀ ਥਾਂ ਲਈ, ਤੇ ਉਸ ਦਾ ਦੂਸਰਾ ਸਹੀ ਅਰਥ ਕਿਹੜਾ ਹੈ? ਸਾਨੂੰ ਵੱਖ-ਵੱਖ ਵਿਕਲਪ ਦਿੱਤੇ ਗਏ ਹਨ, ਉੱਚਤਾ, ਉਧਾਰ, ਮੋਚਨਾ, ਔਖਾ। ਸੋ ਇਹਦੇ ਵਿੱਚੋਂ ਚਾਰਾਂ ਵਿਕਲਪਾਂ ਵਿੱਚੋਂ ਅਸੀਂ ਇੱਕ ਵਿਕਲਪ ਚੁਣਨਾ ਹੈ। ਇਸ ਤਰ੍ਹਾਂ ਹੀ ਸਾਡੇ ਕੋਲ ਪ੍ਰਸ਼ਨ ਹੈ, ਸ਼ਬਦ ਹਾਰ ਦਾ ਇੱਕ ਅਰਥ ਹੈ ਗਹਿਣਾ ਤੇ ਦੂਜਾ ਅਰਥ ਕਿਹੜਾ ਹੈ? ਹਰਨ ਹੋਣਾ, ਹਰ ਥਾਂ, ਹਰੀ ਜਾਂ ਹਾਰਨਾ। ਇਹਨਾਂ ਪ੍ਰਸ਼ਨਾਂ ਨੂੰ ਵੇਖ ਕੇ ਤੁਸੀਂ ਆਪਣੇ ਮਨ ਵਿੱਚ ਸੋਚ ਸਕਦੇ ਹੋ ਕਿ ਇਹਨਾਂ ਦਾ ਸਹੀ ਵਿਕਲਪ ਪਹਿਲੇ ਪ੍ਰਸ਼ਨ ਦਾ ਕਿਹੜਾ ਹੈ ਤੇ ਉੱਚੇ ਦਾ ਕਿਹੜਾ ਹੈ ਅਤੇ ਹਾਰ ਦਾ ਕਿਹੜਾ ਹੈ। ਭਾਵ ਹਾਰ ਸ਼ਬਦ ਦਾ ਇੱਕ ਅਰਥ ਜਿਹੜਾ ਹੈ ਉਹ ਗਹਿਣਾ ਤੇ ਦੂਜਾ ਸ਼ਬਦ ਕਿਹੜਾ ਹੈ। ਵੀ ਬਹੁ ਆਰਥਿਕ ਸ਼ਬਦ ਨੇ, ਇਹਨਾਂ ਦੇ ਬਹੁਤੇ ਅਰਥਾਂ ਵਿੱਚੋਂ ਹੀ ਅਸੀਂ ਬਹੁ ਵਿਕਲਪੀ ਪ੍ਰਸ਼ਨ ਲੱਭ ਸਕਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਅਸੀਂ ਇਹਨਾਂ ਦੇ ਉੱਤਰ ਕਰਦੇ ਹਾਂ, ਹੁਣ ਅਸੀਂ ਇਹਨਾਂ ਨੂੰ ਹੱਲ ਕਰਦੇ ਹਾਂ। ਸ਼ਬਦ ਉੱਚਾ ਦਾ ਇੱਕ ਅਰਥ ਹੈ ਉੱਚੀ ਥਾਂ, ਉਸ ਦਾ ਦੂਸਰਾ ਸਹੀ ਅਰਥ ਕਿਹੜਾ ਹੈ? ਉੱਚਤਾ, ਉਧਾਰ, ਮੋਚਨਾ ਜਾਂ ਔਖਾ। ਸੋ ਉੱਚਤਾ ਦਾ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਹੈ, ਉਧਾਰ ਦਾ ਤੇ ਔਖਾ। ਉੱਚਾ ਸ਼ਬਦ ਦਾ ਅਰਥ ਔਖਾ ਨਹੀਂ ਹੋ ਸਕਦਾ। ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਅਰਥ ਆਏਗਾ ਮੋਚਨਾ, ਜਿਹੜਾ ਕਿ ਆਮ ਜਿਹੜੇ ਹਨ ਉਹ ਨਾਈ ਜਿੱਦਾਂ ਵਰਤਦੇ ਹਨ ਮੋਚਨਾ, ਉਸ ਨੂੰ ਵੀ ਉੱਚਾ ਕਿਹਾ ਜਾਂਦਾ ਹੈ। ਸ਼ਬਦ ਹਾਰ ਦਾ ਇੱਕ ਅਰਥ ਹੈ ਗਹਿਣਾ ਤੇ ਦੂਜਾ ਅਰਥ ਕਿਹੜਾ ਹੈ? ਜਾਂ ਦੂਜਾ ਅਰਥ ਹੈ ਅਰਥ ਹੋਣਾ, ਹਰਨ ਹੋਣਾ, ਭਾਵ ਭੱਜ ਜਾਣਾ, ਹਰ ਥਾਂ, ਹਰ ਜਗ੍ਹਾ, ਹਰੀ ਪਰਮਾਤਮਾ, ਹਾਰਨਾ, ਹਾਰ ਜਾਣਾ। ਸੋ ਹਾਰ ਦਾ ਦੂਜਾ ਅਰਥ ਹੈ ਹਾਰਨਾ। ਸੋ ਇਸ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਆਪਣੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਤੁਸੀਂ ਇਕੱਠਾ ਕਰਕੇ, ਉਹਨਾਂ ਦੇ ਪ੍ਰਸ਼ਨ ਜਿਹੜੇ ਹਨ ਬਣਾ ਕੇ, ਉਹਨਾਂ ਦੇ ਉੱਤਰ ਵਾਰ-ਵਾਰ ਕਰਕੇ ਆਪਣਾ ਟੈਸਟ ਦਾ ਅਧਿਐਨ ਕਰ ਸਕਦੇ ਹੋ, ਅਭਿਆਸ ਕਰ ਸਕਦੇ ਹੋ। ਕੁਝ ਹੋਰ ਅਭਿਆਸ ਲਈ ਪ੍ਰਸ਼ਨ ਹਨ। ਕਿਹੜੇ ਵਾਕ ਵਿੱਚ ਸਰ ਸ਼ਬਦ ਦੇ ਇੱਕ ਤੋਂ ਵੱਧ ਅਰਥ ਨਿਕਲਦੇ ਹਨ? ਮੇਰੀ ਇੱਕ ਸਰ ਵੱਧ ਹੈ। ਸਰ ਵਿੱਚ ਇਸ਼ਨਾਨ ਕੀਤਾ ਤੇ ਮੇਰਾ ਸਾਰਾ ਕੰਮ ਸਰ ਗਿਆ। ਮੇਰਾ ਕੰਮ ਸਰ ਗਿਆ। ਮਹਾਰਾਜਾ ਕਿਲਾ ਸਰ ਨਾ ਕਰ ਸਕੇ। ਸੋ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਵੇਖਣਾ ਹੈ ਕਿ ਕਿਹੜੇ ਵਾਕ ਵਿੱਚ ਸਰ ਸ਼ਬਦ ਦੀ ਇੱਕ ਤੋਂ ਵੱਧ ਵਾਰ ਵਰਤੋਂ ਹੋਈ ਹੈ। ਮੈਂ ਤਰ ਖਾਧੀ, ਅਗਲਾ ਪ੍ਰਸ਼ਨ ਹੈ, ਮੈਂ ਤਰ ਖਾਧੀ ਤੇ ਸਰੋਵਰ ਤਰ ਕੇ ਪਾਰ ਕੀਤਾ। ਇਸ ਵਾਕ ਵਿੱਚ ਦੂਜੀ ਥਾਂ ਤੇ ਆਏ ਸ਼ਬਦ ਦਾ ਕੀ ਅਰਥ ਹੈ? ਸੋ ਪਹਿਲਾ ਤੇ ਤਰ ਦਾ ਅਰਥ ਹੋ ਗਿਆ ਕਿ ਤਰ ਖਾਧੀ, ਇੱਕ ਕਿਸਮ ਦੀ ਸਬਜ਼ੀ, ਸਲਾਦ। ਤੇ ਦੂਜਾ ਤਰ ਦਾ ਅਰਥ ਕੀ ਹੈ? ਕਿਉਂਕਿ ਬਹੁਅਰਥਿਕ ਸ਼ਬਦ ਹੈ ਸਾਡੇ ਕੋਲ ਤਰ, ਤੇ ਤਰ ਵਾਸਤੇ ਸਾਡੇ ਕੋਲ ਜਿਹੜੇ ਵਿਕਲਪ ਦਿੱਤੇ ਹਨ, ਤੈਰਨਾ, ਰੋੜਨਾ, ਪਾਰ ਹੋਣਾ, ਪਾਣੀ। ਸੋ ਇਹਦੇ ਵਿੱਚ ਸਾਰਾ ਜਿਹੜੇ ਅਸੀਂ ਸਹੀ ਇਹਦੇ ਅਰਥ ਜਿਹੜੇ ਹਨ ਉਹ
ਅਸੀਂ ਇੱਕ ਅਰਥ ਤੇ ਸਾਡੇ ਕੋਲ ਹੈ ਤਰ, ਤੇ ਤਰ ਦੇ ਦੂਜਾ ਸਹੀ ਅਰਥ ਜਿਹੜਾ ਹੈ ਉਹ ਅਸੀਂ ਇਹਦੇ ਵਿੱਚ ਸਹੀ ਵਿਕਲਪ ਚੁਣਨਾ ਹੈ। ਸੋ ਇਹਨਾਂ ਨੂੰ ਧਿਆਨ ਨਾਲ ਵਾਚੋ ਅਤੇ ਆਪਣੇ ਦਿਮਾਗ ਨਾਲ ਸੋਚੋ ਕਿ ਸਹੀ ਅਰਥ ਕਿਹੜਾ ਹੋ ਸਕਦਾ ਹੈ, ਯਾਨੀ ਕਿ ਸਹੀ ਇਸ ਦਾ ਵਿਕਲਪ ਕਿਹੜਾ ਹੈ, ਸਰ ਸ਼ਬਦ ਦਾ ਅਤੇ ਤਰ ਸ਼ਬਦ ਦਾ। ਸਰ ਦਾ ਤੇ ਹੈ ਕਿ 2 ਵਾਰੀ ਕਿਸ ਵਾਕ ਵਿੱਚ ਵਰਤਿਆ ਗਿਆ ਹੈ ਸਰ ਸ਼ਬਦ, ਅਤੇ ਤਰ ਦਾ ਹੈ ਕਿ ਇੱਕ ਤਰ ਦਾ ਅਰਥ ਹੈ ਖਾਦੀ, ਭਾਵ ਇੱਕ ਕਿਸਮ ਦਾ ਸਲਾਦ ਜਾਂ ਸਬਜ਼ੀ, ਤੇ ਦੂਜਾ ਅਰਥ ਕਿਹੜਾ ਹੈ, ਵਿਕਲਪ ਸਾਨੂੰ ਦਿੱਤੇ ਹੋਏ ਹਨ, ਇਹਨਾਂ ਵਿਕਲਪਾਂ ਦੇ ਵਿੱਚੋਂ ਹੀ ਅਸੀਂ ਲੱਭਣਾ ਹੈ। ਇਸ ਲਈ ਸਾਡੇ ਕੋਲ ਹੈ, ਅਸੀਂ ਕਵਾਂਗੇ ਕਿ ਸਰ ਵਿੱਚ ਇਸ਼ਨਾਨ ਕੀਤਾ ਤੇ ਮੇਰਾ ਸਾਰਾ ਕੰਮ ਸਰ ਗਿਆ। ਦੂਜੇ ਦਾ ਅਰਥ ਹੈ ਕਿ ਮੈਂ ਤਰ ਖਾਧੀ ਤੇ ਸਰੋਵਰ ਤਰ ਕੇ ਪਾਰ ਕੀਤਾ, ਤੇ ਦੂਸਰੇ ਦਾ ਅਰਥ ਹੈ ਕਿ ਤੈਰਨਾ, ਜਦੋਂ ਸਰੋਵਰ ਤਰ ਕੇ ਪਾਰ ਕੀਤਾ ਭਾਵ ਤੈਰਨਾ। ਸੋ ਇਸੇ ਤਰ੍ਹਾਂ ਹੀ ਕੁਝ ਹੋਰ ਪ੍ਰਸ਼ਨ ਹਨ। ਹੇਠ ਲਿਖੇ ਸ਼ਬਦਾਂ ਵਿੱਚੋਂ ਜਿਹੜੇ ਸ਼ਬਦਾਂ ਦਾ ਸਹੀ ਅਰਥ ਨਹੀਂ ਬਣਦਾ ਉਸ ਨੂੰ ਕੱਟ ਦਿਓ। ਤਾਰ ਇੱਕ ਸਬਜ਼ੀ, ਡੇਗਣਾ, ਪਾਣੀ ਵਿੱਚ ਤੈਰਨਾ, ਗਿੱਲਾ। ਸੋ ਜਿਹੜਾ ਅਰਥ ਨਹੀਂ ਸਹੀ ਉਸ ਨੂੰ ਅਸੀਂ ਕੱਟਣਾ ਹੈ ਤੇ ਜਿਹੜੇ ਸਹੀ ਹਨ ਉਹਨਾਂ ਨੂੰ ਰਹਿਣ ਦੇਣਾ ਹੈ। ਫੁੱਟ, ਫੁੱਟ ਦਾ, ਫਲ, ਉੱਗਣਾ, ਨਿਕਲਣਾ, ਮੇਵਾ। ਇਸੇ ਤਰ੍ਹਾਂ ਹੀ ਪੱਕਾ, ਪੂਰਾ, ਰੇਸ਼ਮ, ਦੁੱਖ ਸੁੱਖ ਵਿੱਚ ਸਹਾਇਕ, ਜੱਗ, ਦੁਨੀਆ, ਇੱਕ ਭਾਂਡਾ, ਜੋੜ, ਲੰਗਰ, ਡੰਗ, ਵਕਤ, ਤਿਲਕ, ਡਸਣਾ, ਗੁਜ਼ਾਰਾ। ਸੋ ਇਹਨਾਂ ਸਾਰਿਆਂ ਨੂੰ ਧਿਆਨ ਨਾਲ ਵੇਖੋ, ਕਿਹੜਾ ਸ਼ਬਦ ਜਿਹੜਾ ਬਹੁਅਰਥੀ ਸ਼ਬਦ ਜਿਹੜਾ ਕਿ ਅਸੀਂ ਪੀਲੇ ਰੰਗ ਵਿੱਚ ਦਿੱਤਾ ਹੋਇਆ ਹੈ ਉਹਦੇ ਨਾਲ ਉਹਦਾ ਅਰਥ ਪ੍ਰਗਟ ਨਹੀਂ ਕਰ ਰਿਹਾ, ਉਸ ਨੂੰ ਅਸੀਂ ਚਿੱਟੇ ਵਾਲੇ ਨੂੰ ਅਸੀਂ ਕ੍ਰਾਸ ਕਰਨਾ ਹੈ, ਯਾਨੀ ਕਿ ਉਸ ਨੂੰ ਕੱਟਣਾ ਹੈ। ਤੇ ਅਸੀਂ ਕੱਟਦੇ ਹਾਂ। ਪਹਿਲਾਂ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ। ਹਾਂਜੀ, ਅਸੀਂ ਹੁਣ ਇਹਨਾਂ ਸ਼ਬਦਾਂ ਨੂੰ ਜਿਹੜੇ ਕਿ ਨਹੀਂ ਹਨ ਉਹਨਾਂ ਨੂੰ ਅਸੀਂ ਕੱਟਣਾ ਹੈ। ਤਰ, ਸਬਜ਼ੀ, ਡੇਗਣਾ, ਪਾਣੀ ਵਿੱਚ ਤੈਰਨਾ ਤੇ ਗਿੱਲਾ। ਸੋ ਡੇਗਣਾ ਜਿਹੜਾ ਹੈ ਉਹ ਸ਼ਬਦ ਨਹੀਂ ਸਹੀ ਹੈ, ਉਹਦੇ ਵਾਸਤੇ ਸਹੀ ਅਰਥ ਨਹੀਂ ਪ੍ਰਗਟ ਕਰ ਰਿਹਾ। ਫੁੱਟ, ਫੁੱਟ ਦਾ ਫਲ, ਉੱਗਣਾ, ਨਿਕਲਣਾ ਤੇ ਮੇਵਾ ਵੀ ਸਹੀ ਨਹੀਂ ਪ੍ਰਗਟ ਕਰ ਰਿਹਾ। ਇਸੇ ਤਰ੍ਹਾਂ ਹੀ ਪੱਕਾ, ਪੂਰਾ, ਰੇਸ਼ਮ, ਦੁੱਖ ਸੁੱਖ ਵਿੱਚ ਸਹਾਈ, ਇੱਥੇ ਰੇਸ਼ਮ ਹੈ। ਜੱਗ, ਦੁਨੀਆ, ਇੱਕ ਭਾਂਡਾ, ਜੋੜ, ਲੰਗਰ। ਸੋ ਜੱਗ, ਦੁਨੀਆ, ਇੱਕ ਭਾਂਡਾ ਤੇ ਲੰਗਰ, ਜੋੜ ਜਿਹੜਾ ਹੈ ਉਹ ਨਹੀਂ ਹੈ। ਡੰਗ, ਵਕਤ, ਤਿਲਕ, ਡਸਣਾ, ਗੁਜ਼ਾਰਾ। ਸੋ ਇਹਨਾਂ ਵਿੱਚ ਤਿਲਕ ਸ਼ਬਦ ਜਿਹੜਾ ਹੈ ਉਹ ਕੱਟਿਆ ਜਾ ਸਕਦਾ ਹੈ ਕਿਉਂਕਿ ਉਹ ਡੰਗ ਸ਼ਬਦ ਦਾ ਸਹੀ ਅਰਥ ਨਹੀਂ ਪ੍ਰਗਟ ਕਰ ਰਿਹਾ। ਸੋ ਵਿਦਿਆਰਥੀਓ, ਇਹ ਸੀ ਬਹੁਅਰਥਕ ਸ਼ਬਦਾਂ ਦਾ ਵਿਸਥਾਰਪੂਰਵਕ ਅਧਿਐਨ ਅਤੇ ਉਹਨਾਂ ਨਾਲ ਸੰਬੰਧਿਤ ਵੱਧ ਤੋਂ ਵੱਧ ਅਭਿਆਸ ਤੇ ਪ੍ਰਸ਼ਨ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹਨਾਂ ਸ਼ਬਦਾਂ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਅਤੇ ਤੁਸੀਂ ਵੱਧ ਤੋਂ ਵੱਧ ਸ਼ਬਦ ਇਕੱਤਰ ਕਰਕੇ ਆਪਣੇ ਸ਼ਬਦ ਭੰਡਾਰ ਵਿੱਚ ਵਾਧਾ ਕਰੋਗੇ। ਸ਼ੁਭ ਇੱਛਾਵਾਂ। ਸਤਿ ਸ਼੍ਰੀ ਅਕਾਲ।